सतनाम श्री वाहिगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। आए प्रभ शरणागति कृपा निध दयाल। एक अखर हर मन बसत नानक होत निहाल। तेरे कवन कवन गुण कह कह गावां तू साहिब गुणी निधाना। तुमरी महिमा वर्ण न साको तू ठाकुर ऊच भगवाना। ज्यों बुलावह त्यों बुलह स्वामी कुदरत कवन हमारी। साध संग नानक जस गायो जो प्रभ की अत प्यारी। परम सम्मान योग सत्कार योग साध संगत जी, ਆਪਾਂ ਸਾਰੇ ਵੱਡੀ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਲੜੀਵਾਰ ਕਥਾ ਸਾਨੂੰ ਸਾਰਿਆਂ ਨੂੰ ਹੀ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ ਗੁਰੂ ਮੇਹਰ ਨਾਲ 81 ਨੰਬਰ ਪੌੜੀ ਤੱਕ ਵਿਚਾਰ ਹੋਈ ਸੀ। ਅੱਜ ਅੱਗੇ 82 ਨੰਬਰ ਪੌੜੀ ਤੋਂ ਵਿਚਾਰ ਆਰੰਭ ਕਰਦੇ ਹਾਂ। ਅਰਦਾਸ ਕਰੀਏ ਸਾਰੇ ਸਤਿਗੁਰੂ ਜੀ ਮਿਹਰ ਕਰਨ, ਆਪਣੀ ਕਿਰਪਾ ਬਖਸ਼ਿਸ਼ ਨਾਲ ਬਾਣੀ ਦੀ ਵਿਚਾਰ ਦੀ ਸੇਵਾ ਲੈਣ। ਮਹਾਰਾਜ ਕਿਰਪਾ ਕਰਦੇ ਨੇ। ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ। ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਵਾਰ-ਵਾਰ ਨਮਸਕਾਰ ਕੀਤੀ ਜਾ ਰਹੀ ਜਾਪ ਸਾਹਿਬ ਵਿੱਚ ਉਹਦੀ ਵਡਿਆਈ ਮਹਾਰਾਜ ਕਰਦੇ ਨੇ ਕਿ ਹੇ ਪ੍ਰਭੂ, ਜਿਸ ਦਾ ਭੇਦ ਪਰਮੇਸ਼ਰ ਦਾ ਨਾ ਦੇਵਤੇ ਜਾਣਦੇ ਨੇ ਨਾ ਵੇਦ ਆਦਿਕ, ਨਾ ਹੀ ਕਿਤਾਬਾਂ ਆਦਿਕ ਉਸ ਦੇ ਭੇਦ ਨੂੰ ਜਾਣ ਸਕੇ ਹਨ। ਉਹਨਾਂ ਦੀ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਅਪਾਰ ਹੈ, ਸਾਡੀ ਬੁੱਧੀ ਤੋਂ ਪਰੇ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਅੱਗੇ ਰੰਗ ਨਾ ਜਾਤ ਪਾਤ ਸੋ ਜਾਣੇ ਕਿਹ ਜੇਬ। ਕੋਈ ਨਹੀਂ ਜਾਣਦਾ ਕਿ ਉਸਦਾ ਰੂਪ ਹੈ ਜਿਹੜਾ ਉਹ ਕਿਹੋ ਜਿਹਾ, ਉਹਦਾ ਰੰਗ ਕਿੱਦਾਂ ਦਾ, ਉਹ ਜਾਤ ਪਾਤ ਅਤੇ ਉਹਦੀ ਜੇਬ ਹੁੰਦੀ ਸੋਭਾ ਵਡਿਆਈ ਕਿਹੋ ਜਿਹੀ ਹੈ, ਇਹ ਕੋਈ ਨਹੀਂ ਦੱਸ ਸਕਿਆ ਕਿ ਉਹਦਾ ਰੰਗ ਕਿੱਦਾਂ ਦਾ ਹੈ, ਉਹਦੀ ਜਾਤ ਕਿਹੜੀ ਹੈ, ਉਹਦੀ ਪੰਥੀ ਗੋਤ ਆਦਿ ਕਿਹੜੇ ਨੇ, ਉਹਦਾ ਰੰਗ ਕਿੱਦਾਂ ਦਾ ਹੈ। ਉਹਦੀ ਮਹਿਮਾ ਬੇਅੰਤੀ ਹੈ, ਮਹਿਮਾ ਪਰੇ ਤੋਂ ਪਰੇ ਹੈ ਮਹਿਮਾ। ਇਸ ਕਰਕੇ ਉਹ ਨਹੀਂ ਦੱਸ ਸਕੇ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ। ਉਹਦਾ ਤਾਤ ਮਾਤ, ਪਿਤਾ ਕੌਣ ਹੈ? ਤਾਤ ਹੁੰਦਾ ਪਿਤਾ, ਮਾਤ ਮਾਤਾ, ਜਿਸ ਦਾ ਕੋਈ ਨਾ ਹੀ ਪਿਤਾ ਹੈ ਨਾ ਹੀ ਕੋਈ ਮਾਤਾ ਹੈ, ਸਭ ਤੋਂ ਵੱਡਾ ਹੈ, ਆਪ ਮਾਲਕ ਹੈ, ਤੇ ਨਾ ਹੀ ਕੋਈ ਜਾਤ ਹੈ ਉਹਨਾਂ ਦੀ। ਜਾਤ ਜਾ ਕਰ ਜਨਮ ਮਰਨ ਵਿਹੀਨ। ਜਨਮ ਮਰਨ ਵਿਹੀਨ, ਜਨਮ ਮਰਨ ਤੋਂ ਬਿਨਾਂ ਹਨ ਪਰਮੇਸ਼ਰ, ਜੰਮਦੇ ਮਰਦੇ ਨਹੀਂ। ਉਹ ਆਪਣੇ ਆਪ ਤੋਂ ਸਹਿਪੰਗ ਸੁਤੇ ਸਿੱਧ ਹੀ ਪ੍ਰਕਾਸ਼ਮਾਨ ਹੋਏ ਹਨ। ਬੜੇ ਪਿਆਰੇ ਅਰਥ ਨੇ, ਜੇ ਦੁਬਾਰੇ ਵੇਖ ਲਈਏ। ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ।
वेदां किताबां देवी देवते नहीं ਉਹਨੂੰ ਜਾਣਦੇ, ਉਹਦੇ ਰੰਗ ਦਾ ਪਤਾ ਨਹੀਂ, ਜਾਤ ਪਾਤ ਦਾ ਪਤਾ ਨਹੀਂ। ਉਹਦੀ ਮਹਿਮਾ ਅਪਰਪਾਰ ਹੈ, ਉਹਦੀ ਮਹਿਮਾ ਵੀ ਨਹੀਂ ਸਮੱਗਰ ਕੋਈ ਕਰ ਸਕਦਾ। ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵੀਨ, ਜਿਸ ਦਾ ਕੋਈ ਨਾ ਪਿਤਾ ਹੈ, ਨਾ ਕੋਈ ਮਾਤਾ ਹੈ, ਨਾ ਕੋਈ ਉਹਦੀ ਜਾਤ ਹੈ, ਉਹ ਜਨਮ ਮਰਨ ਵਿਹੀਨ, ਜਨਮ ਮਰਨ ਤੋਂ ਬਿਨਾਂ ਹਨ। ਚੱਕਰ ਬੱਕਰ ਫਿਰੈ ਚਤਰ ਚੱਕ, ਮਨ ਹੀ ਪੁਰ ਤੀਨ। ਚੱਕਰ ਬੱਕਰ ਫਿਰੈ ਚਤਰ ਚੱਕ, ਉਸ ਦਾ ਕਾਲ ਰੂਪ ਭਿਆਨਕ ਚੱਕਰ ਚਾਰੇ ਪਾਸੇ ਫਿਰਿਆ। ਚੱਕਰ ਬੱਕਰ ਫਿਰੈ ਚਤਰ ਚੱਕ, ਉਹਦਾ ਜਿਹੜਾ ਕਾਲ ਰੂਪ ਹੈ ਚੱਕਰ, ਭਿਆਨਕ ਰੂਪ ਚੱਕਰ ਹੈ, ਉਹ ਸਾਰੇ ਪਾਸੇ ਫਿਰ ਰਿਹਾ ਹੈ ਪਰਮੇਸ਼ਰ ਜੀ ਦਾ। ਅਤੇ ਮਨ ਹੀ ਪੁਰਤੀਨ, ਅਤੇ ਤਿੰਨਾਂ ਲੋਕਾਂ ਦੇ ਜੀਵ ਉਸ ਨੂੰ ਮੰਨਦੇ ਹਨ। ਕਥਾ ਹੁੰਦੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹ ਸ਼ਬਦ ਆਇਆ, ਭਾਈ ਗੁਰਦਾਸ ਜੀਆਂ ਨੇ ਵੀ ਉਚਾਰਨ ਕੀਤਾ। ਇੱਕ ਅੰਬਰੀਕ ਨਾਮ ਕਰਕੇ ਰਾਜਾ ਹੋਇਆ, ਬੜਾ ਧਰਮੀ ਰਾਜਾ ਉਹਨੂੰ ਮੰਨਿਆ ਜਾਂਦਾ ਹੈ। ਉਹ ਬਹੁਤ ਦਾਨੀ ਮੰਨਿਆ ਗਿਆ ਉਹਨੂੰ। ਉਹਦਾ ਤੇ ਬੇਅੰਤ ਗਾਈਆਂ, ਉਹਨਾਂ ਦੇ ਸਿੰਘਾਂ ਤੇ ਸੋਨਾ ਔਰ ਉਹਨਾਂ ਦੇ ਪੈਰਾਂ ਤੇ ਸੋਨਾ ਚੜਾ ਕੇ ਦਾਨ ਕਰਿਆ ਕਰਦਾ ਸੀ ਬ੍ਰਾਹਮਣ ਆਦਿਕ ਨੂੰ। ਪਰ ਲੇਸ ਮਾਤਰ ਵੀ ਉਹਦੇ ਅੰਦਰ ਕਿਤੇ ਹਉਮੈ ਨਹੀਂ ਸੀ ਆਈ। ਬੜਾ ਧਰਮੀ ਰਾਜਾ, ਬੜਾ ਸੋਨਾ ਬਹੁਤ ਦਾਨ ਕਰਦਾ ਸੀ ਬ੍ਰਾਹਮਣ ਆਦਿਕ ਨੂੰ, ਕਦੇ ਨਹੀਂ। ਸਾਡੇ ਤਾਂ ਜੇ 10 ਰੁਪਈਏ ਅਸੀਂ ਗੁਰੂ ਘਰ ਦੇ ਦਿੰਦੇ ਹਾਂ, ਕਿਉਂਕਿ ਸਾਡੀ ਅਵਸਥਾ ਨਹੀਂ ਨਾ ਅਜੇ ਬਣੀ। ਜੇ ਥੋੜ੍ਹੀ ਬਹੁਤੀ ਮਾਇਆ ਦੇ ਦੀ ਲੱਭਦੇ ਫਿਰਦੇ ਹਾਂ ਕਿ ਪੱਥਰ ਲੱਗਾ, ਕਿਤੇ ਪੱਥਰ ਲੱਗਾ ਹੋਵੇ ਸਾਡੇ ਨਾਮ ਦਾ। ਓਹੋ, ਰੱਬ ਦੇ ਪਿਆਰੇ ਨੇ ਜਿਹੜੇ, ਵੇਖੋ ਤੁਸੀਂ ਹਰਿਮੰਦਰ ਸਾਹਿਬ ਜਾਓ, ਕਿੰਨਾ ਸੁੰਦਰ ਉਹ ਮੰਦਰ ਬਣਿਆ, ਸੋਨਾ ਲੱਗਾ। ਤੇ ਉੱਥੇ ਲਿਖਿਆ ਕੀ ਹੈ, ਬਾਹਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਸੇਵਾ ਕਰਵਾਈ ਤੇ ਲਿਖਿਆ ਇਹ ਹਰਿਮੰਦਰ ਸਾਹਿਬ ਦੀ ਸੇਵਾ ਹੈ ਜਿਹੜੀ ਸੋਨੇ ਦੀ ਸੇਵਾ ਹੈ, ਇਹ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੇ ਸੇਵਕ ਰਣਜੀਤ ਸਿੰਘ ਪਾਸੋਂ ਕਰਵਾਈ। ਪੜ੍ਹੋ ਜਾ ਕੇ ਕਿਤੇ ਉੱਥੇ। ਉਹ ਨਹੀਂ ਕਰਦੇ, ਉਹ ਤਾਂ ਸ਼ੁਕਰ ਕਰਦੇ ਉਹਦਾ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ, ਗੁਪਤ ਦਾਨ ਕਰਦੇ ਨੇ। ਉਹ ਗੁਪਤੀ ਕਿਰਿਆ ਕਰ ਲੈਂਦੇ, ਪਤਾ ਹੀ ਨਹੀਂ ਹੁੰਦਾ ਕਿਸੇ ਨੂੰ। ਮੇਰੇ ਵਰਗੇ ਤਾਂ ਕਹਿੰਦੇ ਪਤਾ ਲੱਗੇ ਚਾਹ ਨੂੰ, ਜੇ ਥੋੜਾ ਥੋੜਾ ਕੀਤਾ ਹੈ ਉਹ ਪਤਾ ਲੱਗ ਜਾਏ। ਉਹ ਮਹਾਰਾਜ ਬਖਸ਼ਿਸ਼ ਦੇ ਮਾਲਕ ਨੇ। ਮੈਂ ਬੇਨਤੀ ਕਰ ਰਿਹਾ ਸੀ ਕਿ ਬੜਾ ਧਰਮੀ ਰਾਜਾ, ਉਹਨੇ ਕੀ ਕੀਤਾ, ਇੱਕ ਜੱਗ ਕੀਤਾ, ਇੱਕ ਰਿਸ਼ੀ ਨੂੰ ਬੁਲਾ ਲਿਆ, ਉਹਦਾ ਨਾਮ ਦੁਰਵਾਸਾ ਰਿਸ਼ੀ ਆਇਆ ਇਤਿਹਾਸ 'ਚ। ਉਹ ਜਿੱਦਾਂ ਇਕਾਦਸ਼ੀ ਦਾ ਉਹਨੇ ਸਮਾਗਮ ਰੱਖਿਆ ਸੀ, ਉਹ ਵਰਤ ਉਪਾਰਨਾ ਕਹਿੰਦੇ ਨੇ ਉਹਨਾਂ ਦੀ ਕਿਰਿਆ। ਕੋਈ ਮਹਾਤਮਾ ਨੂੰ ਬੇਨਤੀ ਕੀਤੀ ਜਾ ਕੇ, ਉਹਨਾਂ ਨੇ ਸਮਾਂ ਦਿੱਤਾ। ਉਹ ਬਾਹਰ ਨਦੀ ਤੇ ਇਸ਼ਨਾਨ ਕਰਨ ਚਲੇ ਗਏ, ਉਧਰ ਜਲ ਪਾਣੀ ਤਿਆਰ ਹੋ ਗਿਆ। ਉਹ ਥੋੜਾ ਲੇਟ ਹੋ ਗਏ, ਸਮਾਧੀ 'ਚ ਸਥਿਤ ਹੋ ਗਏ ਮਹਾਂਪੁਰਖ ਜਿਹੜੇ ਰਿਸ਼ੀ ਸਨ। ਪੰਡਤ ਸਾਰੇ ਕਹਿਣ ਲੱਗੇ ਸਮਾਂ ਵਰਤ ਉਪਾਰਨਾ ਹੈ, ਸਮਾਂ ਲੰਘ ਰਿਹਾ ਹੈ। ਉਹ ਜੋ ਦੁਰਵਾਸਾ ਰਿਸ਼ੀ ਜੀ ਸਮਾਧੀ 'ਚ ਲੀਨ ਹੋ ਗਏ। ਉਹ ਕਿਤੇ ਸਮਾਂ ਜੋ ਹੁੰਦਾ ਹੈ, ਜਿੱਦਾਂ ਅਸੀਂ ਕਹਿੰਦੇ 12 ਵਜੇ ਤੱਕ ਭੋਗ ਪੈ ਜਾਏ, ਸਮਾਂ ਲੰਘਦਾ ਵੇਖ ਕੇ ਉਹ ਪੰਡਤਾਂ ਨੇ ਕਿਹਾ ਕਿ ਆਪਾਂ ਇੰਨਾ ਖਰਚਾ ਕੀਤਾ, ਫਿਰ ਆਪਾਂ ਸ਼ਾਸਤਰਾਂ ਅਨੁਸਾਰ ਆਪਾਂ ਗਲਤ ਹੋ ਜਾਵੇਂ, ਗਲਤੀ ਹੋ ਜਾਣੀ। ਆਪਾਂ ਤੋਂ ਇੱਦਾਂ ਕਰੋ, ਆਪਾਂ ਜਲ ਪਾਣੀ ਛਕਾਓ ਸੰਗਤ ਨੂੰ, ਉਹਨਾਂ ਦਾ
थाल विच कढ के भोजन रख दिओ, आ जाणगे अपनी क्रिया कर लैणगे। उधर पंडित छकण लग गए। उधर दरबार शाह जी खीरी आ गए। उन्हें देखिया कि नाले तन मैनू बुलाया, नाले हुण आप सारा कुछ छकी छकाई जांदे। बहुत क्रोध विच आ गया, बड़ा क्रोधी सी वो कि जरूरी नहीं कि बंदगी करन दे दौरान भी ਜਿਹੜੇ खुशकी भगती करते ने कि निमरता वाले होण। कई ऐसे बहुत ही बंदगी करन वाले भी क्रोध तो ना बच सके। ये तो बाबा नंद सिंह जी कहते सन, तरला लाओ गुरु चरनां च। गुरु साहब, गुरु नानक साहब साडे ते तरस करो, किरपा करो, बख्शिश करो, शुभ गुण बख्शो सानू। कोई अपनी बाबा जी कहते बंदगी का दावा नहीं करना, गुरु चरनां च तरला लेना है, मिहनत करनी है, जो उन्होंने प्रवान हो जाए। अपनी बंदगी का नहीं कोई दावा, तरला लेना है गुरु चरनां च। महाराज तुसीं मेहर करियो, किरपा करियो, सारे साडे गुण उगणा देखियो, असीं भुल्लणहार हाँ, गुनाहगार जी। पातशाह कलंगीधर जीओ, आप रहमत करके सानू नवाजो, बचाओ सानू। बड़ा क्रोध विच आया वो। सारे पंडित दी मिन्नतां करदे। अमरीक राजा उन्हें जोड़ा तार के पैरां विचों बेनतां कीतियां। वो बहुत ही क्रोध विच आ गया। कहंदे उन्हें लटा सी उहदे सिर विच, एक लट पुट के उहनूं मलिया हत्थ ते। वो मल के उहदे विचों उहनूं फूक मार के सिटिया धरती ते। उहदे विचों एक देवी पैदा हो गई, जिहदियां नेकां ही बाहां, तलवारां फड़ियां होईयां बाहां च। उहने हुक्म दी तलीम कीती, महाराज तुसीं मैनूं बुलाया, दसो। कहंदे आ जिहड़ा खड़ा ना अमरीक, इहनूं भस्म कर दे, खत्म कर दे, कट वड्ढ दे। अमरीक भज्जिया। वो दस्सिया कि शिव जी कोले गया, मगरे ही दरबार शाह आया, मगरे वो जिहड़ी देवी पैदा हुई वो है। शिव जी कोले गए। शिव जी कहंदा ये तां बड़ा क्रोधी बंदा है, मैं तो कुछ नहीं कर सकदा। ब्रह्मा कोले गए, वो भी कहंदा मैं भी नहीं कर सकदा। वो सारे कहंदे आपां भगवान विष्णु जी कोले चलदे आ। सारे गए अमरीक समेत, जाके बेनती की। मगर ही वो देवी जिहड़ी प्रगट हुई है, मगर ही वो दरबार शाह लिखी है नाल विष्णु भगवान नूं सारी गल दसी। जाके कहंदे ने विष्णु भगवान दे गेट ते एक सुदर्शन चक्कर दा पहरा हुंदा है। कई वारी टीवी ते असीं सीरीयल वगैरह वेखदे, घुमदा जिहा हुंदा, उहनूं सुदर्शन चक्कर कहंदे ने। वो विष्णु दे दरवाजे ते ही रहिंदा हमेशा। विष्णु जीआं ने उहनूं हुक्म कीता कि जिहड़ी देवी है इहनूं भस्म कर। उस सुदर्शन चक्कर ने, महान शक्ति ने देवी नूं कट्टिया वड्ढिया। फिर उन्होंने इशारा होया, वो दरबार शाह रिखी वल हो गया। वो 2 मिनट जी क्रोध लै गया सारा उहदा। विष्णु महाराज के चरनां डिग्गिया, भगवान दे, महाराज मैनूं बख्शो। विष्णु जी कहने लगे मैं नहीं बख्शण जोगा, हुण मैं नहीं बख्श सकदा। जे बख्शिश चाहिदी है, बचना है, अपने आप नूं बचाउणा है, तां मेरे भगत अमरीक दे चरनां विच डिग, इन्हां तो खिमा मंग, इन्हां तो माफ़ी मंग। फिर दरबाशे ने, रिखी ने अमरीक जियां तो खिमा याचना कीती कि वो तो अगे ही हथ जोड़ी खड़े, नहीं महाराज तुसीं भगवान हो, असीं तां गरीब हाँ, असीं पता नहीं किहड़ी सज़ा भुगत रहे हाँ। फिर उत्थे जयकार की वो धर्मिया का पापी को दंड दी हुई। फिर मत्था टेकिया दरबाशे ने। भगत अमरीक जी का नाम गुरु ग्रंथ साहिब विच भी आया। भाई गुरदास जी ने भी अमरीक मोहे भरत है। वो फिर ਇਹਦਾ ਵਰਤ ਦਾ ਇਸ ਜ਼ਿਕਰ, ਇਹ ਜ਼ਿਕਰ ਨੂੰ ਭਾਈ ਗੁਰਦਾਸ ਜੀ ਨੇ ਵੀ ਅੰਕਿਤ ਕੀਤਾ ਹੈ। ਰਾਤ ਪਈ ਦਰਵਾਸ਼ਾ ਆਇਆ, ਅਮਰੀਕ ਮੋਇ ਵਰਤ ਹੈ, ਰਾਤ ਪਈ ਦਰਵਾਸ਼ਾ ਆਇਆ। ਇੱਦਾਂ ਹੈ ਕਿ ਉਹ ਰੱਬ ਦੇ ਪਿਆਰੇ ਨੇ ਜਿਹੜੇ ਉਹਦੀ ਸ਼ਰਨ 'ਚ ਰਹਿੰਦੇ ਨੇ, ਅਤੇ ਉਹਦਾ ਜਿਹੜਾ ਹੁਕਮ ਦਾ ਚੱਕਰ ਹੈ, ਕਾਲ ਦਾ ਚੱਕਰ ਹੈ, ਉਹ 4 ਦਿਸ਼ਾ ਵਿੱਚ ਹੀ ਫਿਰ ਰਿਹਾ ਹੈ, ਸਭ ਪਾਸੇ ਫਿਰ ਰਿਹਾ ਹੈ।
ਤੇ ਉਸ ਉਹ ਜਿਹੜੇ ਧਰਮੀ ਮਨੁੱਖ ਨੇ ਉਹ ਜਿਹੜਾ ਉਹਨਾਂ ਦੀ ਫਿਰ ਰੱਖਿਆ ਕਰਦਾ ਉਹ ਚੱਕਰ ਹੈ, ਜਿਹੜਾ ਕਾਲ ਰੂਪ ਚੱਕਰ ਹੈ, ਉਹ ਧਰਮੀਆਂ ਦੀ ਰੱਖਿਆ ਕਰਦਾ, ਪਾਪੀਆਂ ਨੂੰ ਦੰਡ ਦਿੰਦਾ। ਤੇ ਇਹ ਨਹੀਂ ਵੀ ਤਿੰਨੇ ਲੋਕਾਂ ਦੇ ਜਿਹੜੇ ਜੀਵ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਮੰਨਦੇ ਹਨ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਲੋਕ 14 ਹੈ ਕਿ ਵਿਖੈ, 14 ਲੋਕਾਂ ਦੇ ਵਿੱਚ ਜਗ ਜਪ ਹੀ ਜਿਹ ਜਾਪ। 14 ਲੋਕ ਨੇ, 14 ਲੋਕਾਂ ਵਿੱਚ ਜਗਤ ਦੇ ਸਾਰੇ ਜੀਵ ਜਿਸ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰ ਰਹੇ ਨੇ। 14 ਹੈ ਲੋਕ, 14 ਹੈ ਕਿ ਵਿਖੈ, ਵਿਖੇ ਹੁੰਦਾ ਵਿੱਚ, ਜਗ ਜਪ ਹੀ ਜਿਹ ਜਾਪ, ਜਗ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰਦੇ ਨੇ ਜਿਹਦਾ ਮਹਾਰਾਜ ਜ਼ਿਕਰ ਕਰ ਰਹੇ ਹਨ। ਫਿਰ ਦੱਸਦੇ ਨੇ ਆਦਿ ਦੇਵ ਅਨਾਦਿ ਮੂਰਤ ਥਾਪਿਓ ਸਭੈ ਜਿਹੇ ਥਾਪ। ਵਾਹਿਗੁਰੂ ਪਰਮੇਸ਼ਰ ਜੀ ਨੇ ਜਿਹੜੇ ਆਦਿ ਤੋਂ ਪੂਜਣ ਯੋਗ ਨੇ। ਇਹ ਨਹੀਂ ਵੀ ਹੁਣ ਕਿਸੇ ਨੇ ਵੋਟਾਂ ਪਾ ਦੀਆਂ ਉਹਨੂੰ ਹਾਰ ਪੈਣ ਲੱਗ ਗਏ, ਉਹਨੂੰ ਜੀ ਜੀ ਕਹਿਣ ਲੱਗ ਗਏ, ਆ ਕੇ ਆਉਂਦਾ ਮਗਰ ਤੁਰੇ ਫਿਰਦੇ ਲੋਕ ਮੂਹਰੇ ਵਿਛਾਈ ਹੁੰਦੀ ਜਾਂਦੀ ਬੈਠਣ ਵਾਸਤੇ। 4 ਬੰਦਿਆਂ ਨੇ ਵੋਟਾਂ ਪਾਈਆਂ ਤੇ ਉਹਦੀ ਪ੍ਰਭਤਾ ਹੋਈ ਨਹੀਂ, ਉਹ ਆਦਿ ਤੋਂ ਹੀ ਹੈ। ਆਦ ਦੇਵ ਅਨਾਦ ਮੂਰਤ, ਆਦਿ ਤੋਂ ਹੀ ਪੂਜਣ ਯੋਗ ਹੈ ਤੇ ਉਸ ਦੀ ਹਸਤੀ ਆਦਿ ਤੋਂ ਰਹਿਤ ਹੈ। ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹੇ ਥਾਪ। ਅਸਲੀ ਜਿਸ ਨੇ ਸੰਸਾਰ ਦੀ ਸਾਰੀ ਰਚਨਾ ਰਚੀ ਹੋਈ ਹਨ ਪਰਮੇਸ਼ਰ ਨੇ, ਉਹਦੀ ਇੱਥੇ ਵਡਿਆਈ ਹੋ ਰਹੀ। ਕਲਗੀਧਰ ਪਾਤਸ਼ਾਹ ਕਰ ਰਹੇ ਆਪਣੇ ਅਸਲਾਂ ਦੁਆਰਾ। ਉਹ ਆਦਿ ਦੇਵ ਅਨਾਦ ਮੂਰਤ, ਉਹ ਆਦਿ ਤੋਂ ਪੂਜਣ ਯੋਗ ਹੈ ਤੇ ਅਨਾਦ, ਆਦਿ ਤੋਂ ਰਹਿਤ ਹੈ। ਇਹ ਸਾਰੀ ਜਿਹੜੀ ਉਹਨੇ ਸ੍ਰਿਸ਼ਟੀ ਰਚੀ ਹੈ, ਰਚਨਾ ਰਚੀ ਹੈ, ਉਸ ਪਰਮੇਸ਼ਰ ਦੀ ਵਡਿਆਈ ਹੋ ਰਹੀ ਹੈ। ਅੱਗੇ ਕਹਿੰਦੇ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ। ਪਰਮ ਰੂਪ ਪੁਨੀਤ ਮੂਰਤ, ਹੇ ਪ੍ਰਭੂ ਪਰਮਾਤਮਾ ਤੂੰ ਸਭ ਤੋਂ ਉੱਚੀ ਹਸਤੀ ਤੇ ਪਵਿੱਤਰ ਸਰੂਪ ਵਾਲਾ ਹੈ। ਪਰਮ ਹੁੰਦਾ ਪਵਿੱਤਰ, ਵੱਡੇ ਸਰੂਪ ਵਾਲਾ ਹੈ, ਰੂਪ ਵਾਲਾ ਹੈ। ਔਰ ਪੁਨੀਤ ਜਿਹੜੀ ਮੂਰਤ ਹੈ ਉਹ ਪਵਿੱਤਰ ਹੈ ਮਹਾਰਾਜ, ਉਹਦੇ ਵਿੱਚ ਕੋਈ ਕਲੰਕ ਨਹੀਂ, ਕਲੰਕ ਤੋਂ ਦੋਸ਼ ਤੋਂ ਰਹਿਤ ਉਹ ਮੂਰਤ ਹੈ। ਵਾਹਿਗੁਰੂ ਜੀਆਂ ਦੀ ਜੀਵਾਂ ਨੂੰ ਕਲੰਕ ਲੱਗ ਜਾਂਦੇ ਹਨ, ਉਹ ਨੇਹ ਕਲੰਕ ਹੈ। ਪਿੱਛੇ ਸੁਣਿਆ ਸੀ ਆਪਾਂ, ਸਤਿਗੁਰੂ ਜੀ ਕਹਿੰਦੇ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ। ਤੇ ਉਹ ਸਾਰੇ ਮਹਾਰਾਜ ਕਹਿੰਦੇ ਵਿਆਪਿਆ ਹੋਇਆ ਹੈ, ਪਸਰਿਆ ਸਾਰੀ ਆਪਣੀ ਕਿਰਤ ਨੂੰ ਬਣਾ ਕੇ ਉਹਦੇ ਵਿੱਚ ਆ ਬੈਠਾ ਹੋਇਆ ਤੇ ਬੇਅੰਤ ਹੈ ਉਹ ਮਹਾਰਾਜ। ਸਰਬ ਵਿਸ਼ਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ। ਫਿਰ ਕਹਿੰਦੇ ਸਾਰਾ ਬ੍ਰਹਿਮੰਡ ਸਰਬ ਵਿਸ਼ਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ। ਸਾਰਾ ਬ੍ਰਹਿਮੰਡ ਉਸਨੇ ਰਚਿਆ ਹੋਇਆ ਹੈ, ਆਪ ਆਪਣੇ ਆਪ ਤੋਂ ਹੀ ਪ੍ਰਗਟ ਹੈ ਤੇ ਘੜਨ ਭੰਨਣ ਦੇ ਸਮਰੱਥ ਹੈ। ਸਾਰੀ ਰਚਨਾ ਉਸ ਵਾਹਿਗੁਰੂ ਨੇ ਕੀਤੀ ਹੈ ਤੇ ਆਪ ਉਹ ਆਪਣੇ ਆਪ ਤੋਂ ਪ੍ਰਗਟ ਹੋਇਆ। ਵੇਖੋ ਰਚਨਾ ਉਹਨੇ ਸਾਰੀ ਪ੍ਰਗਟ ਕੀਤੀ। ਜੇ ਉਹਦੀ ਗੱਲ ਆਉਂਦੀ ਹੈ ਉਹ ਕਹਿੰਦੇ ਪਾਤਸ਼ਾਹ ਕਹਿੰਦੇ ਉਹ ਤਾਂ ਆਪਣੇ ਆਪ ਤੋਂ ਪ੍ਰਕਾਸ਼ ਹੈ, ਸਵਯੰ ਭਵ ਆਪਣੇ ਆਪ ਤੋਂ ਪ੍ਰਕਾਸ਼ ਹੈ ਤੇ ਭੰਨਣ ਘੜ ਨੂੰ ਸਮਰੱਥ ਹੈ। ਆਪਣੀ ਬਣਾਈ ਹੋਈ ਨੂੰ ਫਿਰ ਉਹ ਭੰਨ ਵੀ ਲੈਂਦਾ ਹੈ ਤੇ ਬਣਾ ਵੀ ਲੈਂਦਾ, ਘੜ ਵੀ ਲੈਂਦਾ ਤੇ ਭੰਨ ਵੀ ਲੈਂਦਾ। ਇਹ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਵੱਡੀ ਸਮਰੱਥਾ ਮਹਾਰਾਜ ਕਹਿੰਦੇ ਰੱਖੀ ਹੋਈ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਦੇ ਨੇ। ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼। ਕਹਿੰਦੇ ਕਾਲਹੀਨ ਪ੍ਰਭੂ ਮੌਤ ਤੋਂ ਰਹਿਤ ਹੈ ਅਤੇ ਕਲਾ ਸੰਯੁਗਤ ਹੁੰਦਾ ਸਹਿਤ, ਔਰ ਸਰਬ ਸ਼ਕਤੀਮਾਨ ਪਰਮੇਸ਼ਰ ਹੈ, ਸਾਰੀਆਂ ਕਲਾਂ ਦੇ ਸਹਿਤ ਹੈ, ਸਾਰੀਆਂ ਕਲਾ ਸੰਯੁਗਤ ਹੈ। ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼।
ਤੇ ਮਹਾਰਾਜ ਕਹਿੰਦੇ ਐਸੇ ਸਰਵ ਵਿਆਪਕ ਅਤੇ ਦੇਸ਼ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਨੂੰ ਆਦੇਸ਼ ਕਰਦੇ ਹਨ, ਨਮਸਕਾਰ ਹੈ। ਉਹ ਜਾਣ ਐਸਾ ਦੇਸ਼ਾਂ ਤੋਂ ਰਹਿਤ ਅਕਾਲ ਪੁਰਖ ਹੈ, ਪਰਮੇਸ਼ਰ ਹੈ, ਸਾਰੀਆਂ ਕਲਾਂ ਦੇ ਸੰਯੁਕਤ ਹੈ ਤੇ ਕਾਲ ਤੋਂ ਬਿਨਾਂ ਹੈ, ਮੌਤ ਤੋਂ ਬਿਨਾਂ ਹੈ, ਉਹਨੂੰ ਮੌਤ ਨਹੀਂ ਆਉਂਦੀ, ਉਹਨੂੰ ਨਮਸਕਾਰ ਕਰੀਏ। ਉਹਦੀ ਗੱਲ ਕਰ ਰਹੇ ਨੇ। ਧਰਮ ਧਾਮ ਸੋ ਭਰਮ ਰਹਿਤ, ਪ੍ਰਭੂ ਧਰਮ ਦਾ ਘਰ, ਧਰਮ ਧਾਮ ਧਰਮ ਦਾ ਘਰ ਹੈ ਅਤੇ ਭਰਮ ਤੋਂ ਰਹਿਤ ਹੈ। ਪਰਮਾਤਮਾ ਧਰਮ ਦਾ ਘਰ ਹੈ, ਉਹਦੇ ਉਸ ਘਰ ਵਿੱਚ ਚਲੇ ਜਾਈਏ ਧਰਮੀ ਬਣ ਜਾਵਾਂਗੇ, ਉਹ ਤੋਂ ਦੂਰ ਜਾ ਕੇ ਅਸੀਂ ਅਧਰਮੀ ਰਵਾਂਗੇ। ਧਰਮ ਧਾਮ, ਧਾਮ ਦਾ ਘਰ, ਉਹਦਾ ਘਰ ਹੀ ਧਰਮ ਹੈ। ਸੋ ਭਰਮ ਰਹਿਤ, ਤੇ ਭਰਮਾਂ ਤੋਂ ਰਹਿਤ ਹੈ। ਸਾਡੇ ਵਾਂਗੂ ਨਹੀਂ ਇਹ ਮੱਥੇ ਲੱਗ ਗਿਆ ਅੱਜ ਕੰਮ ਨਹੀਂ ਬਣਨਾ, ਤੁਰਨ ਲੱਗੇ ਨਿੱਛ ਆ ਗਈ ਹੁਣ ਕੰਮ ਨਹੀਂ ਬਣੇਗਾ, ਇਹ ਮਿਲ ਗਿਆ ਹੁਣ ਕੰਮ ਨਹੀਂ ਬਣੇਗਾ, ਇਸ ਦਿਨ ਕੱਪੜੇ ਨਹੀਂ ਧੋਣੇ, ਇਸ ਦਿਨ ਕੇਸੀ ਨਹੀਂ ਨਹਾਉਣਾ, ਇਸ਼ਨਾਨ ਨਹੀਂ ਕਰਨਾ। ਸਿੱਖ ਦੀ ਤਾਂ ਰੋਜ਼ ਦੀ ਕਿਰਿਆ ਇਸ਼ਨਾਨ ਕਰਨਾ, ਸਿੱਖ ਨੇ ਤਾਂ ਰੋਜ਼ ਵਸਤਰ ਸੁੱਚੇ ਕਰਕੇ ਪਾਉਣੇ ਨੇ। ਇਹ ਸਾਡੇ ਵਿੱਚ ਭਰਮ ਪਏ ਹੋਏ ਬਹੁਤ। ਬਿੱਲੀ ਨੰਗੀ ਸਾਹਮਣੇ ਦੀ ਤਾਂ ਵਿਚਾਰੀ ਉਹਦਾ ਹੀ ਤਾਂ ਰੱਬ ਹੈ, ਪਰਮਾਤਮਾ ਜੋਤ ਉਹਦੇ ਵਿੱਚ ਹੈ ਨਹੀਂ, ਉਹ ਤਾਂ ਮੌਜ ਹੈ ਉਹਦੀ, ਸਾਰਿਆਂ ਵਿੱਚ ਮੌਜ ਉਹਦੀ ਜੋਤ ਹੈ। ਨਾਲੇ ਸਾਰੇ ਭਗਤਾਂ ਨੇ ਦੱਸਿਆ, ਨਾਮਦੇਵ ਜੀ ਜਿੱਦਾਂ ਪ੍ਰਸ਼ਾਦਾ ਬਣਾ ਰਹੇ ਸਨ, ਇੱਕ ਕੂਕਰ ਆਇਆ, ਉਹ ਕੁੱਤਾ ਆਇਆ, ਉਹ ਪ੍ਰਸ਼ਾਦਾ ਚੁੱਕ ਕੇ ਭੱਜਿਆ, ਮਗਰੇ ਹੀ ਚੱਕ ਲਿਆ ਕੁੱਜੀ ਜੀ ਵਿੱਚ ਮੱਖਣ ਰੱਖਿਆ ਹੋਇਆ, ਆਵਾਜ਼ਾਂ ਮਾਰਦਾ ਮਗਰ ਜਾ ਕੇ, ਪ੍ਰਭੂ ਜੀ ਮੈਂ ਨਾ ਬੜਾ ਸੁੰਦਰ ਫੁਲਕੇ ਬਣਾ ਕੇ ਘਿਓ ਨਾਲ ਲਾ ਕੇ ਛਕਦਾ, ਤੇ ਤੁਸੀਂ ਲੈ ਲਿਆ ਹੁਣ ਫੁਲਕਾ, ਤੁਸੀਂ ਸੁੱਖਾ ਛਕਣਾ, ਆਹ ਨਾਲ ਮੱਖਣ ਲੈ ਲਓ, ਘਿਓ ਲੈ ਲਓ। ਪ੍ਰਭੂ ਜੀ ਉਹ ਕੁੱਤੇ ਵਿੱਚ, ਕਿਉਂਕਿ ਉਹ ਤਾਂ ਸਭ ਵਿੱਚ ਦੇਖਦੇ ਆ, ਬ੍ਰਹਮ ਗਿਆਨੀ ਹੁੰਦੇ ਨੇ, ਉੱਥੇ ਪ੍ਰਗਟ ਹੋ ਜਾਂਦੇ ਆ ਪ੍ਰਮਾਤਮਾ ਨਾਮਦੇਵ। ਮੈਨੂੰ ਕੁੱਤਿਆਂ ਵਿੱਚ ਵੀ ਦੇਖਦਾ, ਭਗਵਾਨ ਤੁਸੀਂ ਇਹ ਤਾਂ ਦੱਸੋ ਵੀ ਕਿੱਥੇ ਨਹੀਂ ਹੈ ਤੁਸੀਂ। ਇਸ ਵਾਸਤੇ ਜੇ ਉਹ ਬਿੱਲੀ ਨੇ ਰਸਤਾ ਕੱਟਿਆ, ਉਹਦੇ 'ਚ ਕੌਣ ਹੈ? ਪਰਮਾਤਮਾ ਕਿਸੇ ਦਾ ਰਸਤਾ ਕੱਢਦਾ? ਜੋਤ ਹੀ ਤਾਂ ਹੈ ਉਹਦੇ ਵਿੱਚ। ਪਰ ਅਸੀਂ ਭਰਮਾਂ ਦੇ ਸਹਿਤ ਹਾਂ, ਉਹ ਭਰਮਾਂ ਤੋਂ ਮੁਕਤ ਹੋਏ ਹੋਏ ਹਨ। ਅਸੀਂ ਉਹ ਕਹਿੰਦੇ ਨਾਮ ਜਪੋ, ਤੁਸੀਂ ਗੁਰਪ੍ਰਸਾਦ ਪ੍ਰਾਪਤ ਕਰੋ, ਫਿਰ ਗੁਰਪ੍ਰਸਾਦ ਭਰਮ ਦਾ ਨਾਸ ਹੋ ਜਾਏਗਾ। ਵਾਸਤਵ ਵਿੱਚ ਗੱਲ ਵੀ ਠੀਕ ਹੈ, ਜਦੋਂ ਅਸੀਂ ਪਾਠ ਨਹੀਂ ਕਰਦੇ, ਨਾਮ ਨਹੀਂ ਜਪਦੇ, ਸੇਵਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਫਿਰ ਅਸੀਂ ਕੀ ਦੱਸੀਏ ਫਿਰ ਗੱਲ? ਹੁਣ ਫਿਰ ਕੀ ਕਹੀਏ? ਮਹਾਰਾਜ ਕਹਿੰਦੇ ਪਾਠ ਕਰਿਆ ਕਰੋ, ਭਜਨ ਕਰਿਆ ਕਰੋ, ਮਹਾਰਾਜ ਤੁਹਾਡੇ ਤੇ ਕਿਰਪਾ ਕਰੇਗਾ। ਧਰਮ ਧਾਮ ਸੋ ਭਰਮ ਰਹਿਤ, ਅਭੂਤ ਅਲਖ ਅਭੇਸ। ਅਭੂਤ ਯਾਦ ਹੀ ਕਰ ਲਓ ਹੁਣ ਸ਼ਬਦ, ਭਾਵ ਪੰਜਾਂ ਤੱਤਾਂ ਤੋਂ ਰਹਿਤ ਸਰੀਰ ਜਿਹੜਾ ਰਹਿਤ ਹੈ। ਇਹ ਹੁਣ ਇੰਨੀ ਵਾਰੀ ਸ਼ਬਦ ਆਉਂਦੇ ਤਾਂ ਹੁਣ ਸਾਨੂੰ ਅਰਥ ਯਾਦ ਹੋ ਜਾਣੇ ਚਾਹੀਦੇ ਸਾਰੇ। ਇੱਥੇ ਅਭੂਤ ਸ਼ਬਦ ਹੋਇਆ ਕਿ ਉਹਦਾ ਅਰਥ ਹੁੰਦਾ ਪੰਜਾਂ ਤੱਤਾਂ ਤੋਂ ਨਹੀਂ ਬਣਿਆ ਹੋਇਆ, ਰਹਿਤ ਹੋਣਾ। ਲੱਖੋਂ ਲਖਿਆ ਨਹੀਂ ਜਾਂਦਾ, ਅਭੇਸ ਉਹ ਭੇਸ ਤੋਂ ਰਹਿਤ। ਹੁਣ ਸ਼ਬਦ ਕਿੰਨੇ ਵਾਰੀ ਆਏ ਹੁਣ ਤਾਂ ਸਾਨੂੰ ਯਾਦ ਹੋਏ। ਵਾਸਤਵ ਵਿੱਚ ਹੈ ਔਖੀ ਜਾਪ ਸਾਹਿਬ ਦੀ ਕਥਾ, ਤੇ ਜਦੋਂ ਕਥਾ ਅਸੀਂ ਕਰਦੇ ਹਾਂ ਬਾਰ-ਬਾਰ ਸ਼ਬਦ ਆਉਂਦੇ, ਅਰਥਾਂ ਦਾ ਸਾਨੂੰ ਪਤਾ ਲੱਗ ਹੀ ਜਾਂਦਾ। ਇਸ ਕਰਕੇ ਅਰਥ ਸਾਡੇ ਮਨ ਵਿੱਚ ਪਾਠ ਕਰਨ ਵੇਲੇ ਆਉਣੇ ਚਾਹੀਦੀਆਂ, ਚੀਜ਼ਾਂ ਸਾਰੀਆਂ ਯਾਦ ਕਰ ਲੈਣੇ ਚਾਹੀਦੇ ਹੌਲੀ ਹੌਲੀ। ਅਭੇਸ ਦਾ ਕੀ ਅਰਥ ਹੈ, ਅਲਖ ਦਾ ਕੀ ਅਰਥ ਹੈ, ਅਭੂਤ ਦਾ ਕੀ ਅਰਥ ਹੈ, ਧਾਮ ਦਾ ਕੀ ਅਰਥ ਹੈ, ਸੰਯੁਕਤ ਦਾ ਕੀ ਅਰਥ ਹੈ, ਆਦੇਸ਼ ਕਿੰਨੇ ਵਾਰੀ ਆਇਆ, ਪੁਰਖ ਕਿੰਨੇ ਵਾਰੀ ਸ਼ਬਦ ਆਇਆ, ਕਿੰਨੇ ਵੀ ਦੱਸਿਆ। ਇਹ ਤਾਂ ਉਕਰੇ ਜਾਣੇ ਚਾਹੀਦੇ ਅਰਥ ਸਾਡੇ ਸ਼ਬਦਾਂ ਦੇ, ਫਿਰ ਸੌਖਾ ਹੋ ਜਾਂਦਾ, ਸਮਝ ਆਉਂਦੀ ਹੈ। ਉਹ ਫਿਰ ਲੱਖਣ ਤੋਂ ਰਹਿਤ ਹੈ ਤੇ ਅਭੇਸ ਉਹਦਾ ਭੇਸ਼ ਨਹੀਂ, ਭੇਸ ਤੋਂ ਵੀ ਰਹਿਤ ਹਨ ਵਾਹਿਗੁਰੂ ਪਰਮੇਸ਼ਰ ਜੀ। ਅੱਗੇ ਕਹਿੰਦੇ ਅੰਗ ਰਾਗ ਨਾ ਰੰਗ ਜਾ ਕਹਿ, ਪ੍ਰਭੂ ਐਸਾ ਹੈ ਅੰਗ ਰਾਗ ਨਾ ਰੰਗ ਜਾ ਕਹਿ, ਜਿਸ ਦਾ ਸਰੀਰ ਦਾ ਰਾਗ ਨਾ ਰੰਗ ਜਾ ਕੇ। ਪਰਮਾਤਮਾ ਐਸਾ ਹੈ ਜਿਸ ਨੂੰ ਸਰੀਰ ਦਾ ਮੋਹ ਨਹੀਂ ਹੈ,
ਉਹ ਮੋਹ ਤੋਂ ਰਹਿਤ ਨੇ। ਅੰਗ ਰਾਗ ਨਾ ਰੰਗ ਜਾਗ, ਨਾ ਉਹਦੇ ਅੰਗ ਹੈ ਨਾ ਉਹਦਾ ਸਰੀਰ ਹੈ, ਨਾ ਹੀ ਉਹ ਰੰਗ ਉਹਦਾ ਮੋਹ ਕਰਦਾ। ਜਾਤ ਪਾਤ ਨਾ ਨਾਮ, ਤੇ ਉਹ ਰੰਗ ਤੋਂ ਰਹਿਤ ਹੈ, ਤੇ ਜਾਤ ਤੇ ਕੁਲ ਗੋਤ ਨਾਮ ਆਦਿਕ ਵਾਲਾ ਵੀ ਨਹੀਂ ਪਰਮਾਤਮਾ। ਗਰਭ ਗੰਜਨ ਦੁਸ਼ਟ ਭੰਜਨ, ਮੁਕਤ ਦਾਇਕ ਕਾਮ। ਗਰਭ, ਇੱਕ ਗਰਭ ਹੁੰਦਾ, ਗਰਭ ਹੁੰਦਾ। ਅਸੀਂ ਪਾਠ ਸੁਣਦਾ ਰਹਿੰਦਾ ਮੈਂ, ਪਾਠੀ ਸਿੰਘਾਂ ਹੋਰ ਬਹੁਤ ਘੱਟ ਅਸੀਂ ਖਿਆਲ ਕਰਦੇ ਹਾਂ। ਜਿਵੇਂ ਭਗਤੀ ਆਮ ਮੈਂ ਸੁਖਮਨੀ ਸਾਹਿਬ ਵਿੱਚ ਬੜੇ ਭੇਦ ਨੇ ਪਾਠ ਦੇ। ਸੁਖੀ ਬਸੈ ਮਸਕੀਨੀ ਆਪ ਨਿਵਾਰ ਤੱਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਗਰਭ ਗਲੇ, ਗਰਭ ਗਲੇ ਮੇਰਾ ਖਿਆਲ ਵੀ 99 100 ਚ 98 99 ਇਹੀ ਕਰੀ ਜਾਂਦੇ। ਗਰਭ ਗਲੇ 'ਚ ਗੁਟਕਾ ਹਰੇਕ ਚੱਕ ਲੈਂਦਾ, ਬੀਬੀਆਂ ਚੱਕ ਲੈਂਦੇ, ਪਾਠ ਕਰਦੇ ਆ। ਜਦੋਂ ਸ਼ਰਧਾਈ ਵੱਲ ਦੇਖਦੇ ਉਦੋਂ ਬੁਰਾ ਹਾਲ ਹੀ ਹੈ। ਸੁਖਮਨੀ ਸਾਹਿਬ ਦਾ ਕੀ ਆ, ਇਹ ਸਭ ਤੋਂ ਔਖਾ ਸੁਖਮਨੀ ਸਾਹਿਬ ਦਾ ਪਾਠ। ਇਹਦੇ ਵਿੱਚ ਬੜੇ ਭੇਦ ਨੇ। ਇਹ ਤਾਂ ਸੰਥਿਆ ਨਾਲ ਹੀ ਗੱਲ ਬਣਦੀ। ਉਹ ਕਥਾ ਕਿਤੇ ਆ ਸੰਗ ਦੀ ਅਸੀਸ ਉਹ ਕਰਾਂਗੇ ਆਪਾਂ ਸੁਖਮਨੀ ਸਾਹਿਬ ਦਾ, ਫਿਰ ਪਤਾ ਲੱਗ ਜੂ। ਗਰਭ ਪਾਠ ਹੈ ਉੱਥੇ, ਹੁਣ ਦੇਖ ਲਿਓ, ਚੈੱਕ ਕਰ ਲਿਓ, ਗੁਟਕਾ ਸਾਹਿਬ ਦਰਸ਼ਨ ਕਰ ਲਿਓ, ਚੈੱਕ ਕਰ ਲਿਓ। ਸ਼ਬਦ ਮੇਥੋਂ ਖਿਮਾ ਕਰਨੀ, ਮੈਂ ਗਲਤ ਕਹਿ ਦਿੱਤਾ। ਇਹ ਨਹੀਂ ਸ਼ਬਦ ਮੈਨੂੰ ਵਰਤਣਾ ਚਾਹੀਦਾ ਸੀ। ਮੈਨੂੰ ਸੰਗਤ ਮਾਫ਼ ਕਰੇ, ਗੁਰੂ ਸਾਹਿਬ ਕਿਰਪਾ ਕਰ। ਦਰਸ਼ਨ ਕਰਨੇ, ਚੈੱਕ ਨਹੀਂ ਅਸੀਂ ਕਰਨਾ ਸੀ, ਤਾਂ ਦਰਸ਼ਨ ਦੀਦਾਰ ਕਰਕੇ ਅਸੀਸ ਲੈਣੀ। ਸੋ ਇਹ ਸ਼ਬਦ ਦਾ ਮੈਂ ਮੁਆਫੀ ਮੰਗਦਾ ਸਾਰੀ ਸੰਗਤ ਤੋਂ, ਮੈਨੂੰ ਖਿਮਾ ਕਰਿਓ। ਦਰਸ਼ਨ ਕਰਨੇ ਹਨ। ਉਹ ਫਿਰ ਨਾਨਕ ਗਰਭ ਗਲੇ, ਹੰਕਾਰ ਕਰਕੇ ਗਲ ਗਏ। ਉਹ ਗਰਭ ਗਲੇ ਕਰੀ ਜਾਂਦਾ, ਉਹਨੂੰ ਕਰੀ ਜਾਂਦੇ। ਇੱਥੇ ਗਰਭ ਬੱਬੇ ਨਾਲ ਇੱਕ ਹੋਰ ਸ਼ਬਦ ਦਾ ਬਹੁਤ ਮਿਕਸਿੰਗ ਹੋਈ ਹੋਈ ਸਾਡੇ ਪਾਠ ਕਰਨ 'ਚ। ਜਿਵੇਂ ਔਖੀ ਘੜੀ ਨਾ ਦੇਖਣ ਦਈ ਆਪਣਾ ਬਿਰਦ ਸੰਭਾਲੇ। ਬਿਰਦ ਸੰਭਾਲੇ ਕਰੀ ਜਾਂਦੇ। ਬਿਰਦ ਨੂੰ ਬਿਰਦ ਕਹੀ ਜਾਂਦੇ, ਬਿਰਦ ਨੂੰ ਬਿਰਦ ਕਹੀ ਜਾਂਦੇ, ਬਿਰਦ ਹੀ ਕਹਿ ਦਿੰਦੇ ਆ। ਬਿਰਦ ਹੁੰਦਾ ਬਜ਼ੁਰਗ, ਵੱਡੀ ਉਮਰ ਵਾਲਾ। ਬਿਰਦ ਹੁੰਦਾ ਸੁਭਾਅ, ਬਿਰਦ ਹੁੰਦਾ ਆਦਤ। ਇਹ ਹੁਣ ਅੱਖਰ ਤਾਂ ਥੋੜ੍ਹਾ ਜਿਹਾ ਫਰਕ ਹੈ ਉੱਦਾਂ ਕਹਿ ਕੇ, ਪਰ ਉਹਦਾ ਅਰਥ ਹੀ ਹੋਰ ਹੋ ਗਿਆ, ਫਿਰ ਸਾਨੂੰ ਫਲ ਕੀ ਮਿਲਣਾ। ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ। ਆਪਣਾ ਬਿਰਦ ਸੰਭਾਲੇ, ਆਪਣੇ ਸੁਭਾਅ ਦੀ ਲਾਜ ਉਹਨੂੰ ਰੱਖਣੀ ਪੈਂਦੀ। ਉਹਦਾ ਸੁਭਾਅ ਹੈ, ਸੁਭਾਅ ਕਿਹੜਾ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ। ਸੁਆਮੀ ਸੰਦੇ ਇੱਥੇ ਬਿਰਦ ਪਾਠ ਉਹਦਾ ਆਦਤ ਹੈ। ਜਿਹੜਾ ਉਹਦੇ ਚਰਨਾਂ 'ਚ ਆ ਜਾਂਦਾ ਉਹਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਗਰਭ ਗੰਜਨ, ਮਹਾਰਾਜ ਪਰਮਾਤਮਾ ਜਿਸ ਦੀ ਗੱਲ ਕਰ ਰਹੇ ਨੇ, ਉਹ ਗਰਭ ਅਹੰਕਾਰ ਨੂੰ ਗੰਜਨ ਹੁੰਦਾ, ਕੱਟਣ ਵਾਲਾ ਹੈ, ਤੋੜਨ ਵਾਲਾ ਹੈ। ਦੁਸ਼ਟ ਭੰਜਨ, ਦੁਸ਼ਟ ਲੋਕ ਨੇ ਜਿਹੜੇ, ਦੁਸ਼ਟਾਂ ਨੂੰ ਨਾਸ਼ ਕਰ ਦਿੰਦਾ, ਖਤਮ ਕਰ ਦਿੰਦਾ। ਦੁਸ਼ਟ ਦੋਖੀ ਨੂੰ ਪਕੜ ਪਛਾਰੋ, ਪੰਕਤੀ ਆਈ 10 ਵਿੱਚ ਕਿ ਸਾਨੂੰ ਹੁਕਮ ਹੋਇਆ ਸੀ ਜਿਹੜੇ ਦੁਸ਼ਟ ਦੋਖੀ ਨੇ ਉਹਨਾਂ ਨੂੰ ਪਕੜ ਕੇ ਸਜ਼ਾਵਾਂ ਦਿਓ। ਜਦੋਂ ਮਹਾਰਾਜ ਹੇਮਕੁੰਟ ਸਾਹਿਬ ਤੋਂ ਆਏ ਨੇ, ਹੁਕਮ ਹੋਇਆ ਕਿ ਜਾਓ ਸੰਸਾਰ ਵਿੱਚ, ਉੱਥੇ ਬਚਨ ਆਏ ਨੇ। ਗਰਭ ਗੰਜਨ ਦੁਸ਼ਟ ਭੰਜਨ, ਮੁਕਤ ਦਾਇਕ ਕਾਮ। ਮੁਕਤੀ ਦਾਇਕ ਹੁੰਦਾ, ਦੇਣ ਵਾਲਾ ਵਾਹਿਗੁਰੂ ਪਰਮਾਤਮਾ। ਕਾਮ ਅਤੇ ਇੱਛਾ ਪੂਰੀ ਕਰਨ ਵਾਲਾ ਹੈ। ਇੱਥੇ ਕਾਮ ਦਾ ਅਰਥ ਕਾਮਨਾ ਪੂਰੀ ਕਰਨ ਵਾਲਾ, ਇੱਛਾ ਪੂਰੀ ਕਰਨ ਵਾਲਾ ਵਾਹਿਗੁਰੂ ਜੀ ਪਰਮੇਸ਼ਰ ਜੀ ਹਨ। ਸੋ 84 ਪੌੜੀਆਂ ਤੱਕ ਆਪਾਂ ਵਿਚਾਰ ਕੀਤੀ ਹੈ। ਮੇਰਾ ਖਿਆਲ 3 ਪੌੜੀਆਂ ਦੀ ਵਿਚਾਰ ਹੋਈ ਅੱਜ। ਸੋ ਇੰਨੀ ਸੇਵਾ ਸੰਗਤ ਨੇ ਪ੍ਰਵਾਨ ਕਰਨੀ, ਭੁੱਲਾਂ ਬਖਸ਼ ਦਿਆ ਕਰੋ। ਕੋਈ ਆਉਂਦੀ ਹੈ ਧਿਆਨ ਵਿੱਚ ਸੰਗਤ ਨੂੰ ਬੇਨਤੀ, ਉਹ ਮੈਂ ਕੋਈ ਮੈਨੂੰ ਗੁੱਸਾ ਨਹੀਂ, ਕੋਈ ਨਾਰਾਜ਼ਗੀ ਨਹੀਂ, ਦੱਸ ਦਿਆ ਕਰੋ ਮੈਨੂੰ, ਅੱਗੇ ਤੋਂ ਪਤਾ ਲੱਗ ਜਾਊ। ਜਿਨ੍ਹਾਂ ਮਹਾਂਪੁਰਖਾਂ ਕੋਲ ਅਸੀਂ ਪੜ੍ਹੇ, ਉਹ ਕਹਿੰਦੇ ਸੀ ਜੇ ਕੋਈ ਗਲਤੀ ਦੱਸੇ, ਸਿੱਧੇ ਰਾਹ ਪਾਏ, ਕੋਈ ਬਾਣੀ ਦੀ ਕੋਈ ਹੋਰ, ਜੇ ਉਹ ਸਹੀ ਦੱਸ ਰਿਹਾ ਪਹਿਲਾਂ ਦੇਖ ਲਓ ਉਹਨੂੰ, ਦੱਸ ਸਹੀ ਰਿਹਾ। ਇੱਕ ਨੇ ਦੱਸਿਆ ਹੋਰ 3 ਚੋਂ ਉਹਨੂੰ ਪੁੱਛ ਲਓ, ਫਿਰ ਉਹ ਸਹੀ ਹੈ ਤਾਂ ਫਿਰ ਉਹਨੂੰ ਨਮਸਕਾਰ ਕਰੋ ਦੱਸਣ ਵਾਲੇ ਨੂੰ, ਕਿਉਂਕਿ ਭੁੱਲ ਉਹਦੇ ਨਾਲ
ਸੁਧਾਰ ਹੋ ਜਾਂਦਾ। ਮੈਂ ਬਹੁਤ ਭੁੱਲਾਂ ਕਰਦਾ। ਸੋ ਸੰਗਤ ਜੇ ਕਿਸੇ ਦੇ ਕੋਈ ਧਿਆਨ ਵਿੱਚ ਆਉਂਦੀ ਜ਼ਰੂਰ ਮੇਰੇ ਤੇ ਕਿਰਪਾ ਕਰਿਆ ਕਰੋ। ਮੈਨੂੰ ਕੋਈ ਨਾਰਾਜ਼ਗੀ ਨਹੀਂ ਹੋਏਗੀ, ਉਹਦੇ ਨਾਲ ਕੋਈ ਗਿਲਾ ਨਹੀਂ ਹੋਏਗਾ, ਜ਼ਰੂਰ ਦੱਸਣਾ ਹੈ ਜੀ। ਭੁੱਲਾਂ ਖਿਮਾ ਬਾਣੀ ਨੂੰ ਪੜ੍ਹਨਾ ਹੈ, ਸੁਣਨਾ ਹੈ, ਅਰਥਾਂ ਸਹਿਤ ਪੜ੍ਹ ਕੇ, ਕਥਾ ਸੁਣ ਕੇ ਆਪਣੇ ਜੀਵਨ ਨੂੰ ਗੁਰੂ ਚਰਨਾਂ ਨਾਲ ਜੋੜਨਾ, ਆਪਣੇ ਜੀਵਨ ਦਾ ਸੁਧਾਰ ਕਰਨਾ ਹੈ। ਜਿਹੜੇ ਸਾਡੇ ਵਿੱਚ ਔਗਣ ਹਨ ਉਹਨਾਂ ਨੂੰ ਅਸੀਂ ਘਟਾਉਣਾ ਹੌਲੀ ਹੌਲੀ, ਤੇ ਗੁਣਾਂ ਦਾ ਵਾਧਾ ਹੋਏਗਾ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।